उन्होंने तो यह भी कहा सीगा ब्रिजभूषण ने कि लाइक 15-15 रुपया च मैडल मिलते हैं। मैं क्या नेक्स्ट टाइम ओलंपिक इनू भेज दो, मैं क्या 15-15 रुपये इकट्ठे करके इनू दे दो, मैं क्या नेक्स्ट टाइम ही विल रिप्रेजेंट इंडिया इन द ओलंपिक्स एंड ही विल गेट मेडल। तो मैं क्या बट ये तो मजाक वाली गल होगी, पर बहुत माड़ा टाइम है। लोग कहते गुटका खाए कुछ भी पुछ लेंगे, कुछ भी कह देंगे ने, पर गल पहले बन के दिखाओ, कुछ करके दिखाओ। कोई एक आधा ओलंपिक मैडल थोड़ी स्टेट लैके आएंगी फिर मनांगे तुसी। वो तो मैं तो स्टेट की गल करता पाया। हरियाणा पंजाब देख लो किन्ना किन्ना स्पोर्ट्स से निकला है, किन्ने मैडल हिंदुस्तान वास्ते जीते ने। पूरी लाइफ लग जाती, पूरी लाइफ टाइम कहते कि 10-15 साल अपने ਜਿਹੜੇ ਲਾਈਫ ਦੇ ਬੈਸਟ ਮੂਵਮੈਂਟ ਹੁੰਦੇ ਨੇ ਉਹ ਸਪੋਰਟਸ ਲੱਗਦੇ ਨੇ, ਫਿਰ ਜਾ ਕੇ ਇੱਕ ਮੈਡਲ ਮਿਲਦਾ ਹੈ। ਉਹ ਵੀ ਮਿਲਦਾ ਹੈ, ਕਈ ਵਾਰ ਨਹੀਂ ਮਿਲਦਾ। ਬੀਜੇਪੀ ਦੇ ਵਿੱਚ ਉਹਨਾਂ ਦਾ ਕੱਦ ਦਾ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਫਿਰ ਕਿ ਉਹਨਾਂ ਦੀ ਤਾਂ ਬਹੁਤ ਜ਼ਿਆਦਾ ਚੜ੍ਹਾਈ ਹੈ ਇੱਕ ਬੰਦੇ ਦੀ ਕਿ ਭਾਈ ਪੂਰਾ ਦੇਸ਼ ਇੱਕ ਪਾਸੇ ਹੋਵੇ ਤਾਂ ਭਾਈ ਇਹ ਬੰਦਾ ਭਾਵੇਂ ਜਿੰਨਾ ਮਰਜ਼ੀ ਗਲਤ ਹੋਵੇ ਤੇ ਕੋਈ ਐਕਸ਼ਨ ਨਹੀਂ ਹੋਏਗਾ। हिंदुस्तान बहुत बहुत खूबसूरत मुल्क है और इस करके कि इत्थे बहुत बड़े बड़े राजा महाराजा इत्थों चल गए, जिहड़े बहुत शक्तिशाली पावरफुल सीगे वो चल गए। तो टाइम होंदा ना, जिहड़ा टाइम होंदा, टाइम बहुत बड़ी चीज़ है। थोड़ा जिहा सबर करो, सारे ये भी दिखावांगे, देखियो इन्होंने किवें जुत्तियां पैंदियां ने। ਸਾਕਸ਼ੀ ਹੁਣਾਂ ਨੂੰ ਔਰ ਵਿਨੇਸ਼ ਹੁਣਾਂ ਨੂੰ ਧੱਕਾ ਮੁੱਕੀ ਹੋ ਰਹੀ ਸੀ ਔਰ ਫਿਰ ਉਹਨਾਂ ਦੇ ਟਰੋਲ ਕੀਤਾ ਗਿਆ ਜਦੋਂ ਗੱਡੀ ਬੱਸ 'ਚ ਬਿਠਾ ਕੇ ਉਹਨਾਂ ਨੂੰ ਲਿਜਾਇਆ ਗਿਆ। ਉਹਨਾਂ ਦੀਆਂ ਫੋਟੋਜ਼ ਜਿਹੜੀਆਂ ਉਹ ਸੀਰੀਅਸ ਹੋ ਕੇ ਬੈਠੀਆਂ ਨੇ, ਅਸੀਂ ਉਹਨਾਂ ਨੂੰ ਹੱਸਦਿਆਂ ਹੋਇਆਂ ਦਾ ਫੋਟੋ ਮੀਮ ਬਣਾਏ ਗਏ ਖਾਸ ਤੌਰ ਤੇ। ਦੇਖੋ ਇਹ ਕਿਹਨੇ ਕੀਤਾ? ਇਹ ਬੀਜੇਪੀ ਆਈਟੀ ਸੈੱਲ ਨੇ ਕੀਤਾ, ਉਹ ਕਿਹਨੇ ਕੀਤਾ? ਜਦੋਂ ਪਹਿਲਵਾਨਾਂ ਨੇ ਧਰਨਾ ਲਾਇਆ ਤੁਹਾਨੂੰ ਲੱਗਦਾ ਸੀ ਵੀ ਹੁਣ ਧਰਨਾ ਦਿੱਲੀ ਜਾ ਕੇ ਲੱਗ ਗਿਆ ਔਰ ਹੁਣ ਕੁਛ ਨਾ ਕੁਛ ਨਿਕਲ ਆਊਗਾ? ਉਮੀਦ ਸੀਗੀ ਪਰ ਮੈਨੂੰ ਇਹ ਉਮੀਦ ਨਹੀਂ ਸੀ ਕਿ ਮਹੀਨਾ ਹੋ ਗਿਆ ਓਲੰਪਿਕ ਮੈਡਲਿਸਟ ਜਿਹੜੀ ਇੱਕ ਓਲੰਪਿਕ ਮੈਡਲਿਸਟ ਹੈ ਸਪੈਸ਼ਲੀ ਕੁੜੀਆਂ 'ਚ ਸਾਕਸ਼ੀ ਮਲਿਕ, ਉਹ ਸਿਰਫ ਓਨਲੀ 1 ਓਲੰਪਿਕ ਮੈਡਲ ਵੀ ਹੈ, ਉਹਦੀ ਵੀ ਕੋਈ ਕਦਰ ਨਹੀਂ ਵਿਚਾਰੀ ਕੁੜੀ। ਤੇ ਤੁਸੀਂ ਦੇਖੋ ਕਿ ਕਿੰਨੀ ਉਸ 'ਤੇ ਬੀਤੀ ਹੋਣੀ, ਤਾਂ ਕਰਕੇ ਉਹ ਮੀਡੀਆ 'ਚ ਆਈ ਹੈ। ਉਹ ਕਹਿੰਦੇ ਲੋਕੀ ਕਹਿੰਦੇ ਵੀ ਪਹਿਲਾਂ ਕਿਉਂ ਨਹੀਂ ਬੋਲੀ। ਮੈਂ ਸੇਮ ਇਹੀ ਸਵਾਲ ਮੈਂ ਕਿਸੇ ਹੋਰ ਨੂੰ ਪੁੱਛਦਾ ਕਿ ਬਈ ਤੁਸੀਂ ਤੁਹਾਡੀ ਮਾਂ ਤੁਹਾਡੀ ਭੈਣ ਆ ਕੇ ਤੁਹਾਨੂੰ ਕਹੇਗੀ ਮੈਨੂੰ ਕਿਸੇ ਮੁੰਡੇ ਨੇ ਮੈਨੂੰ ਉਹ ਮਹੀਨਾ ਪਹਿਲਾਂ ਛੇੜਾ, ਤੁਸੀਂ ਕੀ ਕਰੋਗੇ? ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਵੀ ਬਹੁਤ ਟਰੋਲ ਕੀਤਾ ਗਿਆ, ਕਹਿੰਦੇ ਕਿ ਭਾਈ ਪਹਿਲਵਾਨ ਕਾਹਦੇ ਹੋ ਫਿਰ ਜੇ ਤੁਹਾਡੇ ਨਾਲ ਹੀ ਇਸ ਤਰੀਕੇ ਨਾਲ ਸੈਕਸ਼ੂਅਲ ਹਰਾਸਮੈਂਟ ਤੁਹਾਡੇ ਨਾਲ ਹੋਊਗੀ। ਇਸ ਤਰ੍ਹਾਂ ਕਹਿ ਕੇ ਵੀ ਸਿੱਧਾ ਉਹਨਾਂ ਦੇ ਮਾਈਂਡ ਤੇ ਹਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਈ ਜੀ ਕਹਿੰਦੇ ਇਕੱਲੇ ਬੰਦੇ ਨੂੰ ਲੈ ਕੇ ਆ ਜਾਓ ਇੱਥੇ। ਮੈਂ ਤਾਂ NH ਪਟਿਆਲਾ ਰੂਮ ਨੰਬਰ 1 'ਚ ਰਹਿੰਦਾ ਸੀਗਾ, ਉੱਥੇ ਕਮਰੇ 'ਚ ਇਕੱਲਾ ਬੰਦਾ ਆ ਜਾਓ, ਫਿਰ ਤੁਹਾਨੂੰ ਦੱਸ ਸਕਦੇ ਹਾਂ ਬਈ ਕਿਵੇਂ ਕੀ ਹੁੰਦਾ। ਰਾਈਟ, ਉੱਥੇ ਕੋਈ ਵੀ ਬੰਦਾ ਹੋਵੇ, ਰਾਈਟ, ਤੁਹਾਨੂੰ ਪਤਾ ਲੱਗ ਜਾਏਗਾ ਉੱਥੇ ਆਏਗਾ ਤਾਂ। ਦੰਗਲ ਵਰਗੀਆਂ ਫਿਲਮਾਂ ਵੀ ਬਣੀਆਂ ਔਰ ਉਹਨਾਂ ਦਾ ਵੀ ਕੋਈ ਇਸ ਤਰ੍ਹਾਂ ਨਹੀਂ। ਉਹਨਾਂ ਨੂੰ ਤਾਂ ਪਹਿਲਵਾਨਾਂ ਦੇ ਹੱਕ 'ਚ ਖੜਨਾ ਚਾਹੀਦਾ ਜਿਨ੍ਹਾਂ ਨੇ ਇੰਨਾ ਮਾਲ ਵੇਚਿਆ, ਪਹਿਲਵਾਨਾਂ ਨੂੰ ਵੇਚਿਆ ਇੱਕ ਤਰੀਕੇ ਦੇ ਨਾਲ, ਉਹਨਾਂ ਨੂੰ ਵੱਡੇ ਪਰਦੇ 'ਤੇ ਲਿਆ ਕੇ ਉਹਨਾਂ ਨੇ ਪੈਸਾ ਕਮਾਇਆ, ਕਰੋੜਾਂ ਰੁਪਏ ਕਮਾਇਆ ਫਿਲਮ ਨੇ। ਔਰ ਦੇਖ ਲਓ ਆਮਿਰ ਖਾਨ ਹੁਣ ਕਿੱਥੇ ਹੈ। ਪੂਰੇ ਦੇਸ਼ ਦੇ ਵਿੱਚੋਂ ਹਮਾਇਤ ਨਿਕਲ ਕੇ ਸਾਹਮਣੇ ਆਈ ਔਰ ਉੱਥੇ ਜਿਹੜੇ ਪਲੇਅਰ ਲੜਕੀਆਂ ਆਈਆਂ ਇੱਥੇ ਦੇਸ਼ ਦੀਆਂ ਧੀਆਂ ਨੇ, ਉਹ ਸਾਡੀਆਂ ਧੀਆਂ ਭੈਣਾਂ ਨੇ ਔਰ ਉਹ ਆਈਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਦੀਆਂ ਨੇ ਆ ਕੇ ਔਰ ਉਹਨਾਂ ਨੂੰ ਲੈ ਕੇ ਬਿਆਨ ਦੇ ਦਿੱਤਾ ਜਾਂਦਾ, ਕਹਿੰਦੇ ਕਿ ਜੀ ਖਾਲਿਸਤਾਨੀਆਂ ਦੀ ਹਮਾਇਤ ਲੈਣ ਵਾਸਤੇ ਕੁੜੀ ਤਾਂ ਗਈ ਸੀ ਪੰਜਾਬ। ਉਹਨਾਂ ਦੀ ਸੋਚ ਤੇ ਮੈਨੂੰ ਤੋਂ ਕਈ ਵਾਰੀ ਤਰਸ ਆਉਂਦਾ। ਕਦੇ ਅੱਜ ਤੋਂ ਪਹਿਲਾਂ ਕਦੇ ਸੁਣੀ ਸੀ ਲਾਈਕ ਮੈਂ ਤੋਂ ਲਾਈਕ 30-35 ਸਾਲ ਦਾ ਹੋ ਗਿਆ, ਲੇਕਿਨ ਮੈਂ ਅੱਜ ਤੋਂ ਪਹਿਲਾਂ ਕਦੇ ਵੀ ਸਰਕਾਰ ਨੇ ਇਹੋ ਜਿਹੇ ਕੰਮ ਨਹੀਂ ਕੀਤੇ। ਪਰ ਇਹਨਾਂ ਦੀ ਸੋਚ ਤੇ ਕਹਿੰਦੇ ਮੈਨੂੰ ਸ਼ਰਮ ਆਉਂਦੀ ਹੈ। ਵਿਜੇਂਦਰ ਜੀ ਤੁਹਾਡੇ ਤੇ ਵੀ ਖਾਲਿਸਤਾਨੀਆਂ ਦਾ ਅਟੈਕ ਕਈ ਵਾਰ ਲੱਗ ਚੁੱਕਿਆ ਵੈਸੇ ਪਹਿਲਾਂ, ਕਹਿੰਦੇ ਕਿ ਵਿਜੇਂਦਰ ਖਾਲਿਸਤਾਨੀ ਹੈ। ਹਾਂ ਵੀਰੇ ਕਹਿੰਦੇ ਹੁਣ ਫਕਰ ਹੁੰਦਾ, ਕੋਈ ਚੱਕਰ ਵਾਲੀ ਗੱਲ ਦੇਖ ਲਾਂਗੇ। ਜਿਹੜੀ ਨਫ਼ਰਤ ਜਿਹੜੀ ਸਮਾਜ 'ਚ ਭਰ ਗਈ ਨੇ ਹੁਣ, ਜਿਹੜੀ ਇਹ ਸਰਕਾਰ ਨੇ ਬਹੁਤੀ, ਇਹਦੇ परिणाम ਜਿਹੜਾ ਫਿਊਚਰ ਹੈ ਮੈਨੂੰ ਲੱਗਦਾ ਨਹੀਂ ਇੰਡੀਆ ਦਾ ਬ੍ਰਾਈਟ ਹੋਣਾ। ਆਈ ਡੋਂਟ ਥਿੰਕ ਸੋ। ਬਹੁਤ ਔਖਾ ਕੰਮ ਹੈ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਪਹਿਲਵਾਨ ਜਾ ਕੇ ਬੈਠੇ ਸੀ ਦਿੱਲੀ, ਧਰਨਾ ਲਾ ਕੇ ਕਹਿੰਦੇ ਸੀ ਸਾਡੀਆਂ ਮੰਗਾਂ ਮੰਨੀਆਂ ਜਾਣ ਔਰ ਗ੍ਰਿਫਤਾਰ ਕੀਤਾ ਜਾਵੇ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ, ਔਰ ਉਸ 'ਤੇ ਐਕਸ਼ਨ ਨਹੀਂ ਹੋਇਆ। ਪਰ ਪਹਿਲਵਾਨਾਂ ਦੇ ਉੱਪਰ ਪਰਚੇ ਦਰਜ ਹੋ ਗਏ। ਵਿਜੇਂਦਰ ਸਿੰਘ ਸਮੇਤ तमाम लोग जो पहलवानों के हक दे विच खड़े उन्हां नाल असीं लगातार गलबात भी कर रहे हैं और विजेंद्र सिंह साडे नाल मौजूद ने, बॉक्सर ने विजेंद्र सिंह, और किस तरीके नाल देखते हैं इन्हां सारियां चीज़ां नूं और उन्होंने हाँ दा नारा मारिया किस तरीके दे नाल पहलवानों के हक दे विच। विजेंद्र जी पहलां तां बहुत बहुत स्वागत है तुहाडा प्रो पंजाब टीवी ते। थैंक यू जी भाजी, मेहरबानी, थैंक यू सो मच।
ਵਿਜੇਂਦਰ ਜੀ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਸਿਨੈਰੀਓ ਚੱਲ ਰਿਹਾ ਹੈ ਔਰ ਇੱਕ ਸ਼ਖਸ ਜੋ ਬ੍ਰਿਜ ਭੂਸ਼ਣ ਸ਼ਰਨ ਸਿੰਘ ਉਸ ਦੇ ਖਿਲਾਫ FIR ਹੁੰਦੀ ਹੈ ਔਰ ਉਸ ਤੋਂ ਬਾਅਦ ਅਜੇ ਤੱਕ ਉਸ ਦੀ ਕੋਈ ਗ੍ਰਿਫਤਾਰੀ ਨਹੀਂ, ਕਿਵੇਂ ਦੇਖਦੇ ਹੋ? ਜਿਹੜਾ ਟਵੀਟ ਕੀਤੇ ਸੀ ਦਿੱਲੀ ਪੁਲਿਸ ਨੇ ਉਹ ਵੀ ਡਿਲੀਟ ਕਰ ਦਿੱਤੇ ਗਏ। ਹਾਂਜੀ, ਬਹੁਤ ਕਹਿੰਦੇ ਬਹੁਤ ਮਾੜਾ ਟਾਈਮ ਚੱਲੀ ਜਾਂਦਾ ਮੁਲਕ ਦਾ। ਇਹ ਤਾਂ ਹਰਿਆਣਾ ਦਾ, ਇੱਥੇ ਦਿੱਲੀ ਦਾ ਇੱਕ ਮਸਲਾ ਹੈ। ਉੱਥੇ ਮਣੀਪੁਰ ਦੇਖੋਗੇ, ਮਣੀਪੁਰ ਵੀ ਆਪਣੀ ਜਿਹੜੀ ਬਾਕਸਰ ਸੀਗੀ ਉੱਥੇ ਸਰੀਤਾ, ਮੈਰੀ ਕੋਮ, ਜਿਹੜੀ ਵੇਟ ਲਿਫਟਰ ਹੈ, ਉਹਨੇ ਵੀ ਪ੍ਰੋਟੈਸਟ ਕੀਤਾ। ਉਹਨੇ ਵੀ ਕਿਹਾ ਕਿ ਜੇ ਮਣੀਪੁਰ 'ਚ ਜਿਹੜੀ ਅੱਗ ਲੱਗੀ ਹੋਈ ਹੈ ਉਹ ਠੰਡੀ ਹੋਈ, ਉਹ ਇੱਥੇ ਰਾਈਟਸ ਹੋਈ ਜਾਂਦੇ ਨੇ, ਜੇ ਉੱਥੇ ਠੀਕ ਨਹੀਂ ਹੋਏ ਤੇ ਉਹ ਵੀ ਆਪਣੇ ਮੈਡਲ ਵਾਪਸ ਦੇ ਦੇਣਗੇ। ਰਹੀ ਗੱਲ ਪਹਿਲਵਾਨਾਂ ਦੀ, ਤਾਂ ਬਾਈ ਜੀ ਪਹਿਲਵਾਨਾਂ ਦਾ ਵਿਚਾਰ ਦਾ ਬਹੁਤ ਮਹੀਨਾ ਹੋ ਗਿਆ ਇੱਥੇ ਜੰਤਰ ਮੰਤਰ ਤੇ ਦੇ ਟਰਾਈ ਐਵਰੀਥਿੰਗ, ਬਟ ਕੋਈ ਸੋਲੂਸ਼ਨ ਨਿਕਲਿਆ ਨਹੀਂ ਹਜੇ। ਸਰਕਾਰ ਨੇ ਕੁਝ ਨਹੀਂ ਕੀਤਾ। ਸਰਕਾਰ ਨੇ ਕੀ ਕਹਿਣਾ ਕੀ ਚਾਹੁੰਦੇ ਹੋ ਵਿਜੇਂਦਰ ਜੀ? ਤੁਸੀਂ ਲਗਾਤਾਰ ਜਿਸ ਤਰੀਕੇ ਨਾਲ ਇੰਨੀ ਮਿਹਨਤ ਕਰਕੇ ਦੇਸ਼ ਦੇ ਲਈ ਖੇਡੇ ਹੋ, ਸਾਨੂੰ ਚਾਅ ਚੜ ਜਾਂਦਾ ਔਰ ਉੱਥੇ ਜਿਹੜੇ ਮੌਕੇ ਦੀਆਂ ਸਰਕਾਰਾਂ ਹੁੰਦੀਆਂ ਜਾਂ ਵਿਰੋਧੀ ਵੀ ਹੁੰਦੇ ਆ ਉਹਨਾਂ ਨੂੰ ਵੀ ਚਾਅ ਚੜਦਾ, ਟਵੀਟ ਤੇ ਟਵੀਟ ਹੁੰਦੇ ਜੀ ਫਲਾਨਾ ਸਿੰਘ ਨੇ ਜਾਂ ਫਲਾਨਾ ਰਾਮ ਨੇ ਸਾਡੇ ਦੇਸ਼ ਦੇ ਲਈ ਮੈਡਲ ਜਿੱਤ ਲਿਆ। ਔਰ ਜਦੋਂ ਵਿਜੇਂਦਰ ਹੁਣਾਂ ਨੇ ਮੈਡਲ ਜਿੱਤੇ ਉਦੋਂ ਵੀ ਪੋਸਟਾਂ ਹੋਈਆਂ ਔਰ ਉਦੋਂ ਵੀ ਟਵੀਟ ਵੀ ਕੀਤੇ ਗਏ, ਪਰ ਹੁਣ ਉਹਨਾਂ ਮੈਡਲਾਂ ਦੀ ਕੀਮਤ ਕੁਛ ਕੁ ਰੁਪਏ ਲਾਤੀ ਗਈ। ਕਹਿੰਦੇ ਮੈਡਲ ਜਿਹੜੇ ਇਹਨਾਂ ਨੇ ਐਲਾਨ ਕੀਤਾ ਵੀ ਅਸੀਂ ਗੰਗਾ 'ਚ ਵਹਾ ਦਿਆਂਗੇ ਜਾਂ ਮੈਡਲ ਵਾਪਸ ਕਰਨੇ ਆ, ਤਾਂ ਉਹਨਾਂ ਵੱਲੋਂ ਇਹ ਬਿਆਨ ਆਉਂਦੇ, ਇੱਕ ਘਟੀਆ ਕਿਸਮ ਦਾ ਬਿਆਨ ਕਹਿ ਸਕਦੇ ਆ ਕਿ ਮੈਡਲ ਕੀ ਵਾਪਸ ਕਰਨੇ, ਤੇ ਕੁਝ ਰੁਪਈਆਂ ਦੇ ਮੈਡਲ ਸੀਗੇ, ਰੁਪਈਏ ਵਾਪਸ ਕਰੋ ਜਿਹੜੇ ਰੁਪਏ ਕਰਨੇ। ਇਸ ਪੂਰੇ ਬਿਆਨ ਨੂੰ ਔਰ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਵਿਜੇਂਦਰ ਜੀ? ਬਹੁਤ ਡਿਸਟਰਬਿੰਗ ਹੈ। ਬਹੁਤ ਕਹਿੰਦੇ ਕਿ ਦੁੱਖ ਹੁੰਦਾ ਦੇਖ ਕੇ। ਔਰ ਰਹੀ ਗੱਲ, ਉਹ ਤੇ ਉਹਨਾਂ ਨੇ ਤੇ ਇਹ ਵੀ ਕਿਹਾ ਸੀਗਾ ਬ੍ਰਿਜ ਭੂਸ਼ਣ ਨੇ ਕਿ ਲਾਈਕ 15-15 ਰੁਪਏ 'ਚ ਮੈਡਲ ਮਿਲਦੇ ਨੇ। ਮੈਂ ਕਿਹਾ ਨੈਕਸਟ ਟਾਈਮ ਓਲੰਪਿਕ ਇਹਨੂੰ ਭੇਜ ਦਿਓ। ਮੈਂ ਕਿਹਾ 15-15 ਰੁਪਏ ਇਕੱਠੇ ਕਰਕੇ ਇਹਨੂੰ ਦੇ ਦਿਓ। ਮੈਂ ਕਿਹਾ ਨੈਕਸਟ ਟਾਈਮ ਹੀ ਵਿਲ ਰਿਪਰੈਜ਼ੈਂਟ ਇੰਡੀਆ ਇਨ ਦ ਓਲੰਪਿਕਸ ਐਂਡ ਹੀ ਵਿਲ ਗੈਟ ਮੈਡਲ। तो मैं कहा बट ये तो मजाक वाली गल होगी, पर बहुत माड़ा टाइम है। बिकॉज फिर पता की गल, मैं कल उत्थे भी मैं ਪ੍ਰੈਸ ਕਾਨਫਰੰਸ ਸੀ, ਉੱਥੇ ਮੈਂ ਗੱਲ ਕੀਤੀ ਸੀ ਕਿ ਪਹਿਲਾਂ ਉਹ ਦੇਖਦੇ ਨੇ ਕਿ ਲਾਈਕ ਮਜ਼ਹਬ ਕੀ ਹੈ ਇਨ ਪਲੇਅਰਾਂ ਦਾ। ਫਿਰ ਕਹਿੰਦੇ ਵੀ ਅੱਛਾ ਹਿੰਦੂ ਹੈ, ਹਿੰਦੂ ਫਿਰ ਕਹਿੰਦੇ ਉੱਥੇ ਉਹ 2-3 ਉੱਥੇ ਇਕੱਠੇ ਹੋ ਜਾਂਦੇ ਨੇ, ਜਿਹੜੀ ਇਹਨਾਂ ਦੀ IT ਸੈਲ, ਆਈ ਡੋਨਟ ਨੋ ਕੌਣ ਕੰਮ ਕਰਦਾ ਹੈ ਜੇ। ਫਿਰ ਉਹ ਕਹਿੰਦੇ ਨੇ ਕਿ ਨਹੀਂ ਤੁਸੀਂ ਇੱਥੇ ਗੰਗਾ 'ਚ ਨਹੀਂ ਭਾ ਸਕਦੇ। ਮੈਂ ਦੇਖਿਆ ਟਵਿੱਟਰ ਤੇ, ਦੇਖਿਆ ਸਾਰੀ ਚੀਜ਼, ਮੈਂ ਸੋਸ਼ਲ ਮੀਡੀਆ ਤੇ ਆਈ ਜਾਂਦਾ। ਫਿਰ ਕਹਿੰਦੇ ਨੇ ਤੁਸੀਂ ਜਾਟ ਹੋ ਔਰ ਜਾਟ ਤੋਂ ਬਈ ਤੁਹਾਨੂੰ ਅਲਾਉਡ ਨਹੀਂ ਹੈ, ਤੁਹਾਨੂੰ ਇੱਥੇ ਤੁਸੀਂ ਇੱਥੇ ਨਹੀਂ ਭਾ ਸਕਦੇ। ਤੇ ਬਾਅਦ 'ਚ ਡਰਾਮਾ ਹੁੰਦਾ। ਫਿਰ ਬਾਅਦ 'ਚ ਜਾ ਕੇ ਉਹ ਕਹਿੰਦੇ ਕੋਈ ਨਰੇਸ਼ ਟਿਕੇਤ ਗਿਆ ਸੀਗਾ, ਫਿਰ ਮੈਡਲ ਲੈ ਕੇ ਵਾਪਸ ਆ ਜਾਂਦਾ। ਤੇ ਇਹ ਜਿਹੜੀ ਨਫ਼ਰਤ ਜਿਹੜੀ ਸਮਾਜ 'ਚ ਭਰ ਗਈ ਨੇ ਹੁਣ, ਜਿਹੜੀ ਇਹ ਸਰਕਾਰ ਨੇ ਬਹੁਤੀ, ਇਹਦੇ परिणाम ਜਿਹੜਾ ਫਿਊਚਰ ਹੈ, ਮੈਨੂੰ ਲੱਗਦਾ ਨਹੀਂ ਇੰਡੀਆ ਦਾ ਬ੍ਰਾਈਟ ਹੋਣਾ। ਆਈ ਡੋਂਟ ਥਿੰਕ ਸੋ। ਬਹੁਤ ਔਖਾ ਕੰਮ ਹੈ ਜਿਹੜਾ ਹਿੰਦੂ, ਮੁਸਲਿਮ, ਸਿੱਖ, ਖਾਲਿਸਤਾਨੀ, ਪਤਾ ਨਹੀਂ ਕੀ ਕਹੀ ਜਾਂਦੇ ਲੋਕ, ਮੈਨੂੰ ਵੀ ਕਹਿੰਦੇ ਨੇ ਬਹੁਤ ਉਨ ਚੀਜ਼ਾਂ ਤੋਂ, ਬਟ ਬਹੁਤ ਟਾਈਮ ਬਹੁਤ ਮਾੜਾ ਚੱਲੀ ਜਾਂਦਾ ਜੀ। ਵਿਜੇਂਦਰ ਜੀ ਤੁਹਾਡੇ ਤੇ ਵੀ ਖਾਲਿਸਤਾਨੀਆਂ ਦਾ ਅਟੈਕ ਕਈ ਵਾਰ ਲੱਗ ਚੁੱਕਿਆ, ਵੈਸੇ ਪਹਿਲਾਂ ਕਹਿੰਦੇ ਕਿ ਵਿਜੇਂਦਰ ਖਾਲਿਸਤਾਨੀ ਹੈ। ਹਾਂ ਵੀਰੇ, ਕਹਿੰਦੇ ਹੁਣ ਫਕਰ ਹੁੰਦਾ, ਕੋਈ ਚੱਕਰ ਵਾਲੀ ਗੱਲ ਨਹੀਂ, ਦੇਖ ਲਾਂਗੇ। ਪਰ ਇਸ ਚੀਜ਼ ਨੂੰ ਕਿਵੇਂ ਦੇਖਿਆ ਜਾਵੇ ਵਿਜੇਂਦਰ ਜੀ? ਪੂਰੇ ਦੇਸ਼ ਦੇ ਵਿੱਚੋਂ ਹਮਾਇਤ ਨਿਕਲ ਕੇ ਸਾਹਮਣੇ ਆਈ ਔਰ ਉੱਥੇ ਜਿਹੜੇ ਪਲੇਅਰ ਲੜਕੀਆਂ ਆਈਆਂ, ਇੱਥੇ ਦੇਸ਼ ਦੀਆਂ ਧੀਆਂ ਨੇ, ਉਹ ਸਾਡੀਆਂ ਧੀਆਂ ਭੈਣਾਂ ਨੇ, ਔਰ ਉਹ ਆਈਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਦੀਆਂ ਨੇ ਆ ਕੇ, ਔਰ ਉਹਨਾਂ ਨੂੰ ਲੈ ਕੇ ਬਿਆਨ ਦੇ ਦਿੱਤਾ ਜਾਂਦਾ, ਕਹਿੰਦੇ ਕਿ ਜੀ ਖਾਲਿਸਤਾਨੀਆਂ ਦੀ ਹਮਾਇਤ ਲੈਣ ਵਾਸਤੇ ਕੁੜੀ ਤਾਂ ਗਈ ਸੀ ਪੰਜਾਬ। ਬਾਈ ਜੀ ਬਹੁਤ ਕਹਿੰਦੇ ਇਹਨਾਂ ਦੀ ਸੋਚ ਤੇ ਮੈਨੂੰ ਤਾਂ ਕਈ ਵਾਰੀ ਤਰਸ ਆਉਂਦਾ। ਕਦੇ ਅੱਜ ਤੋਂ ਪਹਿਲਾਂ ਕਦੇ ਸੁਣੀ ਸੀ, ਲਾਈਕ ਮੈਂ ਤਾਂ ਲਾਈਕ 30-35 ਸਾਲ ਦਾ ਹੋ ਗਿਆ, ਲੇਕਿਨ ਮੈਂ ਅੱਜ ਤੋਂ ਪਹਿਲਾਂ ਕਦੇ ਵੀ ਸਰਕਾਰ ਨੇ ਇਹੋ ਜਿਹੇ ਕੰਮ ਨਹੀਂ ਕੀਤੇ। ਮੈਂ ਬਹੁਤ ਸਾਰੀ ਸਰਕਾਰਾਂ ਦੇਖਿਆ ਨੇ ਔਰ ਮੈਂ ਕਦੇ ਸੁਣਾ ਨਹੀਂ, ਕਦੇ ਲਾਈਫ ਟਾਈਮ 'ਚ ਕਦੇ ਬਈ ਜਾਣ ਬੁੱਝ ਕੇ ਸਰਕਾਰ ਕੇ ਲੋਕ ਜਿਹੜੇ ਹੈਗੇ ਨੇ ਉਹ ਰਿਲੀਜਨ 'ਚ ਤੁਹਾਨੂੰ ਬਾਟੀ ਜਾਂਦੇ ਨੇ, ਉਹ ਇਹੋ ਜਿਹੇ ਬਿਆਨ ਦਿੰਦੇ ਨੇ। ਫਿਰ ਸਰਕਾਰ ਕੁਛ ਨਹੀਂ ਕਰਦੀ, PMO ਪ੍ਰਧਾਨ ਮੰਤਰੀ ਕੁਛ ਨਹੀਂ ਕਹਿੰਦਾ, ਚੁੱਪਚਾਪ ਸੁਣ ਕੇ ਚਲਾ ਜਾਂਦਾ। ਤਾਂ ਬਹੁਤ ਹੈਰਾਨੀ ਵਾਲੀ ਗੱਲ ਹੈ। ਔਰ ਰਹੀ ਗੱਲ ਵਿਚਾਰੀ, ਉਹ ਤਾਂ ਉੱਥੇ ਮਿਲਣ ਗਈ ਸੀ ਗੁਰਦੁਆਰੇ ਦੇ ਸਾਹਿਬ ਤੋਂ, ਕੋਈ ਵੀ ਮੱਥਾ ਜਾ ਕੇ ਟੇਕ ਸਕਦਾ, ਉਹ ਕੋਈ ਚੱਕਰ ਵਾਲੀ ਗੱਲ ਨਹੀਂ। ਪਰ ਇਹਨਾਂ ਦੀ ਸੋਚ ਤੇ ਕਹਿੰਦੇ ਮੈਨੂੰ ਸ਼ਰਮ ਆਉਂਦੀ ਹੈ। ਵਿਜੇਂਦਰ ਜੀ ਜਿਹੜੇ ਮੈਡਲਾਂ ਦੀ ਕੀਮਤ 10-10 15-15 ਰੁਪਏ ਲਾਈ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚੋਂ, ਔਰ ਲਗਾਤਾਰ ਮੈਂ ਵੀਡੀਓਜ਼ ਵੀ ਤੁਹਾਡੇ ਦੇਖਦਾ ਰਹਿਣਾ ਕਿ ਕਿੰਨੀ ਮਿਹਨਤ ਲੱਗਦੀ, ਕਿੰਨੀ ਚੀਜ਼ਾਂ ਲੱਗਦੀ ਹੈ। ਤੁਸੀਂ, ਮੈਂ ਚਾਹੁੰਦਾ ਕਿ ਤੁਸੀਂ ਵੀ ਬਰੀਫ ਕਰਿਓ ਕਿ ਜਿਹੜੇ 10-15 ਰੁਪਏ ਕੀਮਤ ਇਹਨਾਂ ਲੋਕਾਂ ਲਈ ਹੈ, ਇਹਦੇ ਪਿੱਛੇ ਮਿਹਨਤ ਕਿੰਨੀ ਕੁ ਹੈ, ਕਿੰਨੀ ਮਿਹਨਤ ਲੱਗਦੀ ਹੈ ਇਹਦੇ ਪਿੱਛੇ, ਇਹਨਾਂ ਨੂੰ ਕੀ ਇਸ ਦਾ ਅੰਦਾਜ਼ਾ ਨਹੀਂ? ਕਹਿੰਦੇ ਇਹ ਤਾਂ ਖੁਦ ਬ੍ਰਿਜ ਭੂਸ਼ਣ ਹੁਣੀ ਵੀ ਇੱਕ ਪਹਿਲਵਾਨ ਨੇ ਔਰ ਉਸੇ ਹੀ ਖਿੱਤੇ 'ਚ ਆਉਂਦੇ ਨੇ ਇਹ, ਕਿ ਇਹਨਾਂ ਨੂੰ ਪਤਾ ਨਹੀਂ ਕਿੰਨਾ। ਦੇਖ ਲਓ ਤੁਸੀਂ ਕਿੰਨੇ ਸਪੋਰਟ ਪਰਸਨ ਨਿਕਲੇ ਨੇ ਉੱਥੋਂ।
ਪੰਜਾਬ ਤੋਂ ਹਰਿਆਣੇ ਤੋਂ ਕਿੰਨੇ ਨਿਕਲੇ ਨੇ ਇਹ ਤਾਂ ਪਤਾ ਲੱਗ ਜੂਗਾ ਰਾਈਟ। ਹੁਣ ਦਾ ਪਤਾ ਲੱਗ ਜੇਗਾ ਉੱਥੋਂ ਕੀ ਨਿਕਲਦੇ ਤੁਹਾਨੂੰ ਪਤਾ ਹੈ। ਲਾਈਕ ਜਿਹੜਾ ਮੈਂ ਕੱਲ ਵੀ ਕਿਹਾ ਸੀਗਾ ਕਿ ਲੋਕੀ ਕਹਿੰਦੇ ਗੁਟਕਾ ਖਾਏ ਕੁਝ ਵੀ ਪੁੱਛ ਲੈਂਦੇ ਨੇ, ਕੁਝ ਵੀ ਕਹਿ ਦਿੰਦੇ ਨੇ, ਪਰ ਗੱਲ ਪਹਿਲੇ ਬਣ ਕੇ ਦਿਖਾਓ, ਕੁਝ ਕਰਕੇ ਦਿਖਾਓ। ਕੋਈ ਇੱਕ ਅੱਧਾ ਓਲੰਪਿਕ ਮੈਡਲ ਤੁਹਾਡੀ ਸਟੇਟ ਲੈ ਕੇ ਆਏਗੀ ਫਿਰ ਮੰਨਾਂਗੇ ਤੁਸੀਂ। ਉਹ ਤਾਂ ਮੈਂ ਤਾਂ ਸਟੇਟ ਦੀ ਗੱਲ ਕਰਦਾ ਪਿਆ। ਹਰਿਆਣਾ ਪੰਜਾਬ ਦੇਖ ਲਓ ਕਿੰਨਾ ਸਪੋਰਟਸ 'ਚ ਨਿਕਲਿਆ, ਕਿੰਨੇ ਮੈਡਲ ਹਿੰਦੁਸਤਾਨ ਵਾਸਤੇ ਜਿੱਤੇ ਨੇ। ਪਰ ਇਹੋ ਜਿਹੀ ਗੱਲ ਸੁਣ ਕੇ ਵੀਰੇ ਫਿਰ ਇਹਨਾਂ ਨੂੰ ਪਤਾ ਨਹੀਂ। ਮੈਂ ਕਹਿੰਦਾ ਮੈਂ ਕਿ ਮੂਰਖ ਨੇ। ਔਰ ਰਹੀ ਗੱਲ ਇਹਦੀ ਕਿ ਲਾਈਕ ਪੂਰੀ ਲਾਈਫ ਲੱਗ ਜਾਂਦੀ, ਪੂਰੀ ਲਾਈਫ ਟਾਈਮ ਕਹਿੰਦੇ ਕਿ 10-15 ਸਾਲ ਆਪਣੇ ਜਿਹੜੇ ਲਾਈਫ ਦੇ ਬੈਸਟ ਮੂਮੈਂਟ ਹੁੰਦੇ ਨੇ ਉਹ ਸਪੋਰਟਸ ਲੱਗਦੇ ਨੇ, ਫਿਰ ਜਾ ਕੇ ਇੱਕ ਮੈਡਲ ਮਿਲਦਾ ਹੈ। ਉਹ ਵੀ ਮਿਲਦਾ ਹੈ, ਕਈ ਵਾਰ ਨਹੀਂ ਮਿਲਦਾ। ਤੋ ਇਹਨਾਂ ਨੂੰ ਪਤਾ ਨਹੀਂ ਹੈ ਵੀਰੇ। ਮੈਂ ਤਾਂ ਬਸ ਕੀ ਕਹਾਂ ਇਹਨਾਂ ਨੂੰ, ਦੈਟਸ ਇਟ। ਪਰ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵਿੱਚ ਉਹਨਾਂ ਦਾ ਕੱਦ ਦਾ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਫਿਰ ਕਿ ਉਹਨਾਂ ਦੀ ਤਾਂ ਬਹੁਤ ਜ਼ਿਆਦਾ ਚੜ੍ਹਾਈ ਹੈ ਇੱਕ ਬੰਦੇ ਦੀ ਕਿ ਭਾਈ ਪੂਰਾ ਦੇਸ਼ ਇੱਕ ਪਾਸੇ ਹੋਵੇ ਤਾਂ ਭਾਈ ਇਹ ਬੰਦਾ ਭਾਵੇਂ ਜਿੰਨਾ ਮਰਜ਼ੀ ਗਲਤ ਹੋਵੇ ਤੇ ਕੋਈ ਐਕਸ਼ਨ ਨਹੀਂ ਹੋਏਗਾ। ਕੋਈ ਨਹੀਂ, ਮੈਨੂੰ ਲੱਗਦਾ ਨਹੀਂ। ਆਈ ਡੋਂਟ ਥਿੰਕ ਸੋ ਕੋਈ ਐਕਸ਼ਨ ਹੋਏਗਾ। ਥੋੜੇ ਦਿਨ 'ਚ ਉਹ ਕਹਿੰਦੇ ਸੀਗੇ ਪੁਲਿਸ ਨੇ ਕਿ ਉਹ ਟਵੀਟ ਡਿਲੀਟ ਕਰਤਾ, ਬਾਅਦ 'ਚ ਕਹਿੰਦੇ ਵੀ ਜਿਹੜੀ ਇਨਕੁਆਇਰੀ ਹੈ ਆਈ ਥਿੰਕ 15 ਦਿਨ 'ਚ ਪੂਰੀ ਹੋ ਜਾਏਗੀ। ਔਰ ਆਈ ਥਿੰਕ ਮੈਨੂੰ ਲੱਗਦਾ ਉਸ 'ਚ ਕਲੀਨ ਚਿਟ ਦੇ ਦੇਣਗੇ। ਇਹ ਤਾਂ ਤੁਹਾਨੂੰ ਪਤਾ ਹੈ FIR ਵੀ ਕਿਵੇਂ ਦਰਜ ਹੋਈ ਹੈ। FIR ਵੀ ਨਹੀਂ ਦਰਜ ਕਰਨ ਲੱਗੇ ਸੀਗੇ ਉਹ ਤਾਂ ਨਾ ਹੀ ਆਪਣਾ ਸੁਪਰੀਮ ਕੋਰਟ ਦਾ ਇਨਵੋਲਵਮੈਂਟ ਤੋਂ ਬਾਅਦ ਉਹਨਾਂ ਦੀ FIR ਦਰਜ ਹੁੰਦੀ ਹੈ। ਤੋ ਮੈਨੂੰ ਨਹੀਂ ਪਤਾ ਵੀਰੇ ਕੀ ਹੋਏਗਾ ਨੈਕਸਟ ਫਿਊਚਰ। ਬਟ ਇਹ ਹਿੰਦੁਸਤਾਨ ਬਹੁਤ ਖੂਬਸੂਰਤ ਮੁਲਕ ਹੈ। ਉਹ ਇਸ ਕਰਕੇ ਕਿ ਇੱਥੇ ਬਹੁਤ ਬੜੇ ਰਾਜਾ ਮਹਾਰਾਜਾ ਇੱਥੋਂ ਚਲੇ ਗਏ, ਜਿਹੜੇ ਬਹੁਤ ਸ਼ਕਤੀਸ਼ਾਲੀ ਪਾਵਰਫੁਲ ਸੀਗੇ ਉਹ ਚਲੇ ਗਏ। ਤਾਂ ਟਾਈਮ ਹੁੰਦਾ ਨਾ, ਜਿਹੜਾ ਟਾਈਮ ਹੁੰਦਾ, ਟਾਈਮ ਬਹੁਤ ਵੱਡੀ ਚੀਜ਼ ਹੈ। ਥੋੜਾ ਜਿਹਾ ਸਬਰ ਕਰੋ, ਸਾਰੇ ਇਹ ਵੀ ਦਿਖਾਵਾਂਗੇ, ਦੇਖਿਓ ਇਹਨਾਂ ਨੂੰ ਕਿਵੇਂ ਜੁੱਤੀਆਂ ਪੈਂਦੀਆਂ ਨੇ। ਵਿਜੇਂਦਰ ਜੀ, ਪਰ ਮੈਂ ਜ਼ਰੂਰ ਚਾਹੁੰਦਾ ਉਦੋਂ ਵਾਲੀਆਂ ਤਸਵੀਰਾਂ ਸਾਰਿਆਂ ਨੇ ਦੇਖੀਆਂ। ਉਹ ਤਸਵੀਰ ਜਦੋਂ ਤੁਸੀਂ ਦੇਖੀ ਕਿ ਕੁੜੀਆਂ ਨੂੰ ਜੋ ਸਾਡੀਆਂ ਪਹਿਲਵਾਨ ਨੇ ਉਹਨਾਂ ਨੂੰ ਸਾਕਸ਼ੀ ਹੁਣਾਂ ਨੂੰ ਔਰ ਵਿਨੇਸ਼ ਹੁਣਾਂ ਨੂੰ ਧੱਕਾ ਮੁੱਕੀ ਹੋ ਰਹੀ ਸੀ ਔਰ ਫਿਰ ਉਹਨਾਂ ਦੇ ਟਰੋਲ ਕੀਤਾ ਗਿਆ ਜਦੋਂ ਗੱਡੀ 'ਚ ਬੱਸ 'ਚ ਬਿਠਾ ਕੇ ਉਹਨਾਂ ਨੂੰ ਲਿਜਾਇਆ ਗਿਆ। ਉਹਨਾਂ ਦੀਆਂ ਫੋਟੋਜ਼ ਜਿਹੜੀਆਂ ਉਹ ਸੀਰੀਅਸ ਹੋ ਕੇ ਬੈਠੀਆਂ ਨਹੀਂ ਸੀ, ਉਹਨਾਂ ਨੂੰ ਹੱਸਦਿਆਂ ਹੋਇਆਂ ਦਾ ਫੋਟੋ ਮੀਮ ਬਣਾਏ ਗਏ ਖਾਸ ਤੌਰ ਤੇ। ਦੇਖੋ ਇਹ ਕਿਹਨੇ ਕੀਤਾ? ਇਹ BJP IT ਸੈੱਲ ਨੇ ਕੀਤਾ। ਉਹ ਕਿਹਨੇ ਕੀਤਾ ਵੀਰੇ? ਜਾਣਬੁੱਝ ਜਿਹੜੀ ਐਪ ਸੀਗੀ ਉਹ ਸਭ ਨੇ। ਬਾਅਦ 'ਚ ਮੈਂ ਉਹ ਪੋਸਟ ਵੀ ਬਜਰੰਗ ਪੁਨੀਆ ਦੀ ਮੈਂ ਸ਼ੇਅਰ ਕੀਤੀ ਸੀ ਫੇਸਬੁੱਕ ਤੇ, ਕਿਵੇਂ ਚੇਂਜ ਕਰਦੇ ਨੇ। ਤੋ ਬਹੁਤ ਸਾਰੀ ਚੀਜ਼ਾਂ ਨੇ ਜਿਹੜੀ ਇਹ ਐਡਿਟ ਕਰਕੇ ਦਿਖਾਉਂਦੇ ਨੇ ਲੋਕਾਂ ਨੂੰ ਕਿ ਵੀ ਇਹ ਦੇਖੋ ਇਹ ਝੂਠ ਚੱਲੀ ਜਾਂਦਾ। ਤੋ ਬਟ ਸਰਕਾਰ ਹੀ ਇਹੋ ਜਿਹੇ ਚੀਜ਼ਾਂ ਕਰਦੀ ਹੈ ਤਾਂ ਫਿਰ ਤਾਂ ਆਮ ਬੰਦਾ ਤਾਂ ਫਿਰ ਤੁਸੀਂ ਸੋਚ ਸਕਦੇ ਹੋ ਕਿ ਉਹ ਕੀ ਕਰੂਗਾ ਔਰ ਕਿੱਥੇ ਜਾ ਕੇ ਮਿਲੂਗਾ ਉਹ। ਤੋ ਠੀਕ ਹੈ। ਬਟ ਵਾਟ ਸ਼ੁਡ ਆਈ ਸੇ ਵਿਕਰਮ ਜੀ, ਤੁਹਾਨੂੰ ਪਤਾ ਹੈ ਲਾਈਕ ਮੈਂ ਤਾਂ ਅੰਦਰੋਂ ਭਰਾ ਹੋਇਆ ਵੀਰੇ। ਮੈਂ ਤਾਂ ਕਹਿ ਪਰ ਮੈਂ ਕੀ ਕਵਾਂ, ਦੈਟਸ ਇਟ। ਪਰ ਵਿਜੇਂਦਰ ਜੀ, ਜਦੋਂ ਪਹਿਲਵਾਨਾਂ ਨੇ ਧਰਨਾ ਲਾਇਆ ਤੁਹਾਨੂੰ ਲੱਗਦਾ ਸੀ ਵੀ ਹੁਣ ਧਰਨਾ ਦਿੱਲੀ ਜਾ ਕੇ ਲੱਗ ਗਿਆ ਔਰ ਹੁਣ ਕੁਝ ਨਾ ਕੁਝ ਨਿਕਲ ਆਊਗਾ? ਉਮੀਦ ਸੀਗੀ ਪਰ ਮੈਨੂੰ ਇਹ ਉਮੀਦ ਨਹੀਂ ਸੀ ਕਿ ਮਹੀਨਾ ਹੋ ਗਿਆ ਓਲੰਪਿਕ ਮੈਡਲਿਸਟ ਜਿਹੜੀ ਇੱਕ ਓਲੰਪਿਕ ਮੈਡਲਿਸਟ ਹੈ ਸਪੈਸ਼ਲੀ ਕੁੜੀਆਂ 'ਚ ਸਾਕਸ਼ੀ ਮਲਿਕ, ਉਹ ਸਿਰਫ ਓਨਲੀ 1 ਓਲੰਪਿਕ ਮੈਡਲ ਵੀ ਹੈ, ਉਹਦੀ ਵੀ ਕੋਈ ਕਦਰ ਨਹੀਂ ਵਿਚਾਰਦੀ। ਉੱਥੇ ਮੈਂ ਵੀ ਗਿਆ, ਬਜਰੰਗ ਪੂਨੀਆ ਵੀ ਗਿਆ, ਉੱਥੇ ਪਤਾ ਨਹੀਂ ਕਿੰਨੇ ਹੋਰ ਲੋਕੀ ਗਏ ਪਰ ਕੋਈ ਕਹਿੰਦੇ ਕੁਝ ਨਹੀਂ ਕੀਤਾ ਉਹਨਾਂ ਨੇ। ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਫੋਟੋਆਂ ਪਾਉਂਦੇ ਹੁੰਦੇ ਆ, ਸ਼ਾਇਦ ਤੁਹਾਡੇ ਨਾਲ ਵੀ ਫੋਟੋ ਪਾਈ ਹੋਣੀ ਹੈ ਔਰ ਹੋਰ ਵੀ ਪਾਈ ਜੀ। ਹਾਂਜੀ ਹਾਂ, ਤੁਹਾਡੇ ਨਾਲ ਵੀ ਫੋਟੋ ਮੈਂ ਵੀ ਪਾਈ ਸੀਗੀ ਇੱਕ ਵਾਰੀ ਜਦ ਆਏ ਸੀਗੇ। ਔਰ ਸਾਕਸ਼ੀ ਮਲਿਕ ਹੋਰ ਵੀ ਇਹ ਵੀ ਗਏ ਸੀਗੇ, ਮਿਲ ਕੇ ਆਏ ਸੀਗੇ ਹਫ਼ਤੇ 'ਚ। ਲੇਕਿਨ ਹਾਲ ਹੁਣ ਦੇਖ ਲਓ, ਮਹੀਨਾ ਹੋ ਗਿਆ ਵਿਚਾਰੀ ਉੱਥੇ ਸੜਕਾਂ ਤੁਰੀ ਫਿਰਦੀ, ਇੰਨੀ ਗਰਮੀ 'ਚ ਉੱਥੇ ਬੈਠੀ ਹੈ, ਧੂਲ ਹਨੇਰੀ ਕਿੰਨੀ ਆਉਂਦੀਆਂ ਨੇ ਉੱਥੇ, ਫਿਰ ਵੀ ਉੱਥੇ ਹੀ ਆ। ਵਿਜੇਂਦਰ ਜੀ, ਮੈਂ ਇੱਕ ਚੀਜ਼ ਜ਼ਰੂਰ ਜਾਣਨੀ ਚਾਹੁੰਦਾ। ਮੈਂ ਸੋਸ਼ਲ ਮੀਡੀਆ ਤੇ ਕੁਝ ਚੀਜ਼ਾਂ ਜਾਣ ਰਿਹਾ ਸੀ, ਪੜ੍ਹ ਰਿਹਾ ਸੀ, ਕਹਿੰਦੇ ਕਿ ਪਹਿਲਵਾਨ ਨੂੰ ਤਾਂ ਡੇ ਟੂ ਡੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਔਰ ਜੇ ਇੱਕ ਦਿਨ ਵੀ ਪ੍ਰੈਕਟਿਸ ਤੁਹਾਡੀ ਛੁੱਟ ਗਈ ਤਾਂ ਤੁਸੀਂ ਸਮਝ ਲਓ 4-5 ਦਿਨ ਪਿੱਛੇ ਚਲੇ ਗਏ। ਤਾਂ ਇਹਨਾਂ ਦੀ ਕੀ ਪ੍ਰੈਕਟਿਸ ਉੱਥੇ ਚੱਲ ਰਹੀ ਸੀ ਜਾਂ ਪ੍ਰੈਕਟਿਸ ਬੰਦ ਹੋ ਗਈ ਸੀ? ਫਿਰ ਇਹ ਤਾਂ ਬਹੁਤ ਪਿੱਛੇ ਚਲੇ ਜਾਣਗੇ। ਵੀਰੇ ਦੇਖੋ, ਗੱਲ ਪ੍ਰੈਕਟਿਸ ਦੀ ਨਹੀਂ ਹੈ, ਇੱਥੇ ਸੈਕਸੁਅਲ ਹਰਾਸਮੈਂਟ ਦੀ ਗੱਲ ਹੈ। ਇਹ ਤਾਂ ਕਹਿੰਦੇ ਓਲੰਪਿਕ ਤੋਂ 4 ਸਾਲ ਜਾਂ 8 ਸਾਲ ਬਾਅਦ ਫਿਰ ਆ ਜਾਏਗਾ, 12 ਸਾਲ ਬਾਅਦ ਫਿਰ ਆ ਜਾਏਗਾ। ਜਿਹੜੇ ਟਰੋਮਾ ਉਹਨਾਂ ਦੇ ਮਾਈਂਡ 'ਚ ਹੈਗਾ ਸੈਕਸੁਅਲ ਹਰਾਸਮੈਂਟ, ਇਟਸ ਨਾਟ ਅ ਸਮਾਲ ਥਿੰਗ। ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ, ਹਰੇਕ ਕੋਈ ਮੈਡਲ ਦੇ ਗੱਲ ਲੈ ਜਾਂਦਾ, ਕਦੇ ਕੋਈ ਕਿਸੇ ਦੇ। ਲੇਕਿਨ ਜਿਹੜੇ ਚਾਰਜ ਲਗਾਏ ਸੈਕਸੁਅਲ ਹਰਾਸਮੈਂਟ ਦੇ, ਕੁੜੀ ਤੇ ਤੁਸੀਂ ਦੇਖੋ ਕਿ ਕਿੰਨੀ ਉਸ ਤੇ ਬੀਤੀ ਹੋਣੀ, ਤਾਂ ਕਰਕੇ ਉਹ ਮੀਡੀਆ 'ਚ ਆਈ ਹੈ। ਉਹ ਕਹਿੰਦੇ ਲੋਕੀ ਕਹਿੰਦੇ ਵੀ ਪਹਿਲਾਂ ਕਿਉਂ ਨਹੀਂ ਬੋਲੀ। ਮੈਂ ਸੇਮ ਇਹੀ ਸਵਾਲ ਮੈਂ ਕਿਸੇ ਹੋਰ ਨੂੰ ਪੁੱਛਦਾ ਕਿ ਬਈ ਤੁਸੀਂ, ਤੁਹਾਡੀ ਮਾਂ ਤੁਹਾਡੀ ਭੈਣ ਆ ਕੇ ਤੁਹਾਨੂੰ ਕਹੇਗੀ ਮੈਨੂੰ ਕਿਸੇ ਮੁੰਡੇ ਨੇ ਮੈਨੂੰ ਉਹ ਮਹੀਨਾ ਪਹਿਲਾਂ ਛੇੜਾ, ਤੁਸੀਂ ਕੀ ਕਰੋਗੇ? ਤੁਸੀਂ ਮੰਨੋਗੇ ਕਿ ਨਹੀਂ ਮੰਨੋਗੇ? ਤੁਸੀਂ ਕਹੋਗੇ ਕਿ ਲਾਈਕ ਬਈ ਹਾਂ ਨਾ ਨਹੀਂ ਹੁਣ ਤਾਂ ਮਹੀਨਾ ਹੋ ਗਿਆ, ਹੁਣ ਅਸੀਂ ਨਹੀਂ ਮੰਨਦੇ।
ਤੁਸੀਂ ਵੀ ਤਾਂ ਇਹ ਕਹੋਗੇ ਨਾ ਭਈ ਹਾਂ ਚੱਲ ਮੈਂ ਦੇਖਦਾ ਚੱਲਦਾ ਇਸ ਕਿਵੇਂ ਗੱਲ ਹੋਈ ਸੀਗੀ। ਤਾਂ ਵੀਰੇ ਇਹੀ ਗੱਲ ਆਪਣੇ ਤੇ ਖੁਦ ਲੈ ਕੇ ਦੇਖੋ ਬਈ ਜੇ ਤੁਹਾਡੀ ਭੈਣ ਤੁਹਾਡੀ ਮਾਂ ਤਾਂ ਇਹ ਗੱਲ ਕਹੇ ਕਿ ਬਈ ਸੈਕਸੁਅਲ ਹਰਾਸਮੈਂਟ ਮੇਰੇ ਨਾਲ ਹੋਈ ਹੈ ਤਾਂ ਤੁਸੀਂ ਕਿਵੇਂ ਰਿਐਕਟ ਕਰੋਗੇ। ਇਟਸ ਨੋਟ ਅਬਾਊਟ ਗੇਮਸ ਨਾ ਔਰ ਇਟਸ ਨੋਟ ਅਬਾਊਟ ਐਨੀਥਿੰਗ, ਇਟਸ ਆਲ ਅਬਾਊਟ ਕਿ ਜਿਹੜਾ ਟਰਾਮਾ ਹੈਗਾ ਉਸ ਚ ਦਿਮਾਗ 'ਚ ਕੀ ਚੱਲੀ ਜਾਂਦਾ ਉਸ 'ਚ। ਬਿਲਕੁਲ ਵਿਜੇਂਦਰ ਜੀ, ਇੱਕ ਚੀਜ਼ ਹੋਰ ਹੈ, ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਵੀ ਬਹੁਤ ਟ੍ਰੋਲ ਕੀਤਾ ਗਿਆ, ਕਹਿੰਦੇ ਕਿ ਭਾਈ ਪਹਿਲਵਾਨ ਕਾਹਦੇ ਹੋ ਫਿਰ ਜੇ ਤੁਹਾਡੇ ਨਾਲ ਹੀ ਇਸ ਤਰੀਕੇ ਨਾਲ ਸੈਕਸੁਅਲ ਹਰਾਸਮੈਂਟ ਤੁਹਾਡੇ ਨਾਲ ਹੋਊਗੀ। ਇਸ ਤਰ੍ਹਾਂ ਕਹਿ ਕੇ ਵੀ ਸਿੱਧਾ ਉਹਨਾਂ ਦੇ ਮਾਈਂਡ ਤੇ ਹਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਈ ਜੀ ਕਹਿੰਦੇ ਕੱਲੇ ਬੰਦੇ ਨੂੰ ਲੈ ਕੇ ਆ ਜਾਓ ਇੱਥੇ, ਮੈਂ ਤਾਂ NH ਪਟਿਆਲਾ ਰੂਮ ਨੰਬਰ 1 ਚ ਰਹਿੰਦਾ ਸੀਗਾ, ਉੱਥੇ ਕਮਰੇ 'ਚ ਕੱਲਾ ਬੰਦਾ ਆ ਜਾਓ, ਫਿਰ ਦੇਖਾਂ ਹੁਣ ਤੁਹਾਨੂੰ ਦੱਸ ਸਕਦੇ ਆ ਬਈ ਕਿਵੇਂ ਕੀ ਹੁੰਦਾ ਰਾਈਟ। ਉੱਥੇ ਕੋਈ ਵੀ ਬੰਦਾ ਹੋਵੇ ਰਾਈਟ, ਤੁਹਾਨੂੰ ਪਤਾ ਲੱਗ ਜਾਏਗਾ ਉੱਥੇ ਆਏਗਾ ਤਾਂ ਫਿਰ ਅੱਗੇ ਹੁਣ ਲੱਗਦਾ ਕੀ ਹੈ ਤੁਹਾਨੂੰ? ਤੁਹਾਡੀ ਗੱਲ ਹੋਈ ਹੋਣੀ ਹੈ ਬਜਰੰਗ ਪੂਨੀਆ ਹੋਣਾ ਨਾਲ ਜਾਂ ਸਾਕਸ਼ੀ ਮੇਰੀ ਵੀਰੇ ਇਹਨਾਂ ਦੇ ਸਾਕਸ਼ੀ ਵਿਨੇਸ਼, ਮੈਂ ਉੱਥੇ ਗਿਆ ਸੀ, ਮਿਲ ਕੇ ਆਇਆ ਸੀਗਾ। ਮੈਂ ਤਾਂ ਇਹਨਾਂ ਨੂੰ ਬਸ ਮੈਂ ਤੁਹਾਡੇ ਨਾਲ ਹਾਂ, ਤੁਸੀਂ ਜਿੱਥੇ ਮਰਜ਼ੀ ਜਾਓ ਮੈਂ ਤੁਹਾਡੇ ਨਾਲ ਹਾਂ। ਮੈਨੂੰ ਇਹ ਗੱਲ ਕੀਤੀ ਸੀਗੀ, ਮੈਂ ਕਿਹਾ ਲੰਬੀ ਚੱਲੇਗੀ ਮੈਂ ਲੜਾਈ, ਮੈਂ ਕਿਹਾ ਹਜੇ ਨਹੀਂ ਮੈਂ ਜਲਦੀ ਹੁੰਦਾ ਪਰ ਲੰਬੀ ਚੜੇਗੀ, ਜਸਟ ਵੇਟ ਐਂਡ ਵਾਚ, ਤੁਸੀਂ ਡਟੇ ਰਹੋ ਬਸ। ਨੀਰਜ ਚੋਪੜਾ ਹੁਣਾਂ ਨੇ ਵੀ ਇਹਨਾਂ ਦੇ ਹੱਕ ਦੇ ਵਿੱਚ ਬੋਲਿਆ, ਉੱਥੇ ਹੀ ਇੱਕਾ ਦੁੱਕਾ ਲੋਕ ਨੇ, ਬੀਜੇਪੀ ਦਾ ਮੈਨੂੰ ਨਹੀਂ ਲੱਗਦਾ ਕੋਈ ਬੋਲਿਆ ਹੋ, ਪਰ ਇਕੱਲੇ ਸੁਨੀਲ ਜਾਖੜ ਨੇ, ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ, ਉਹਨਾਂ ਨੇ ਔਨ ਰਿਕਾਰਡ ਇਹ ਗੱਲ ਕਹੀ ਹੈ, ਕਹਿੰਦੇ ਇਹਨਾਂ ਨੂੰ ਆਪਦੀਆਂ ਧੀਆਂ ਭੈਣਾਂ ਸਮਝ ਕੇ ਜਿਹੜਾ ਇਹਨਾਂ ਨੂੰ ਦੇਖੋ, ਤੁਸੀਂ ਇਹ ਨਹੀਂ ਕਿ ਤੁਸੀਂ ਕੋਈ ਪਹਿਲਵਾਨ ਇਕੱਲੇ ਦੇਖੋ ਇਹਨਾਂ ਨੂੰ ਜੀ ਇਹ ਤਾਂ ਫਲਾਣੇ ਪਹਿਲਵਾਨ ਨੇ, ਆਪਦੀਆਂ ਧੀਆਂ ਭੈਣਾਂ ਸਮਝ ਕੇ ਇਹਨਾਂ ਦਾ ਦਰਦ ਸਮਝੋ। ਹੋਰ ਮੈਨੂੰ ਲੱਗਦਾ ਨਹੀਂ ਕੋਈ ਬੀਜੇਪੀ ਤੋਂ ਵੀ ਕੋਈ ਬੋਲਿਆ ਹੋਏਗਾ ਇਸ ਦੇ ਅਗੇਂਸਟ। ਬੀਜੇਪੀ ਵਾਲੇ ਵੀਰੇ ਦੇਖ ਲਓ ਹੁਣ ਸਾਡੇ ਹਰਿਆਣੇ ਦੇ ਜਾਟ ਨੇਤਾ ਕਿੱਥੇ ਨੇ ਹੁਣ, ਦੇਖੋ ਵੋਟ ਜਿਹੜੀ ਜਦੋਂ ਚਾਹੀਦੀ ਤਾਂ ਫਿਰ ਉਦੋਂ ਤੋਂ ਸਭ ਤੋਂ ਪਹਿਲਾਂ ਕਹਿੰਦੇ ਸੀ ਵੀ ਜਾਟ ਤਾਂ ਹੁਣ ਦੇਖ ਲਓ ਕਿੰਨੇ ਬੰਦੇ ਆਏ ਨੇ ਸਪੋਰਟ ਲਈ। ਨਾ ਕੋਈ ਬਾਲੀਵੁੱਡ ਵਾਲਾ ਕੋਈ ਇੱਥੇ ਆ ਕਿਸੇ ਨੇ ਟਵੀਟ ਕੀਤਾ, ਜਿਹੜਾ ਭਾਰਤ ਰਤਨ ਸੀਗਾ ਉਹ ਕੋਈ ਨਹੀਂ ਬੋਲਿਆ। ਸੈਲੀਬ੍ਰਿਟੀਜ਼ ਕ੍ਰਿਕਟਰ ਦੇਖ ਲਓ ਹੁਣ IPL ਦੇਖੋ ਕਿੰਨਾ ਵੱਡਾ ਉਹ ਚੱਲਦਾ ਸੀਗਾ, ਉਸ 'ਚ ਕਿੰਨੇ ਬੰਦੇ ਆ ਕੇ ਬੋਲੇ। ਤੋ ਆਪਣੇ ਜਿਹੜੇ ਉਹ ਹੁੰਦੇ ਨਾ ਕੀ ਕਹਿੰਦੇ ਆਈਡੀਅਲ ਹੁੰਦੇ, ਉਹ ਜਸਟ ਚੂਜ਼ ਵਾਈਡਲੀ ਕਿ ਫਿਲਮਾਂ 'ਚ ਇਹ ਥੋੜੀ ਨਾ ਹੋ ਗਿਆ ਲਾਈਕ ਦੇਖ ਲਿਆ ਤਾਂ ਤੁਸੀਂ ਆਈਡਲ ਮੰਨ ਲਿਆ। ਇਹ ਜੋ ਤੁਹਾਡੇ ਹੱਕ ਦੀ ਆਵਾਜ਼ ਕਰੇ, ਤੁਹਾਡੇ ਬਾਰੇ ਗੱਲ ਕਰੇ, ਤੁਹਾਡੇ ਸਮਾਜ ਲਈ ਗੱਲ ਕਰੇ, ਉਹਨੂੰ ਆਪਣਾ ਆਈਡਲ ਮੰਨੋ। ਉਹ ਜਿਹੜੇ ਤੁਹਾਨੂੰ ਫਕਰ ਹੋਗੇ, ਤੁਸੀਂ ਉੱਥੇ ਚੱਲੋਗੇ, ਉਸ ਰਾਹ ਤੇ ਚੱਲੋਗੇ ਤਾਂ ਤੁਹਾਨੂੰ ਫਕਰ ਹੋਊਗਾ ਉਸ ਚੀਜ਼ ਤੇ। ਪਰ ਇਹ ਥੋੜੀ ਕਿ ਜਿੱਥੇ ਗਲਤ ਹੋ ਰਿਹਾ ਉੱਥੇ ਤੁਸੀਂ ਚੁੱਪ ਹੋ ਜਾਓ, ਨਾ ਮੇਰੀ ਬੈਂਡ ਚੱਲੇਗੀ। ਮੇਰੇ ਕੋਲ ਵੀ ਫੋਨ ਆਉਂਦੇ, ਮੇਰੇ ਕੋਲ ਮੈਂ ਹੁਣ ਮੂਵੀ ਕੀਤੀ ਸੀ ਸਲਮਾਨ ਭਾਈ ਨਾਲ, ਉਸ ਤੋਂ ਬਾਅਦ ਮੇਰੇ ਕੋਲ ਫੋਨ ਆਏ ਪਰ ਕਹਿੰਦੇ ਬਾਈ ਜੀ ਤੁਸੀਂ ਤਾਂ ਪੋਲੀਟੀਕਲ ਬਹੁਤ ਬੋਲਦੇ ਹੋ। ਮੈਂ ਕਿਹਾ ਬਾਈ ਜੀ, ਮੈਂ ਕਿਹਾ ਇਹ ਮੈਂ ਰੋਕ ਨਹੀਂ ਸਕਦਾ, ਮੈਂ ਅੰਦਰੋਂ ਆ ਮੇਰੇ, ਮੈਂ ਕੀ ਕਰਾਂ। ਮੈਨੂੰ ਬਹੁਤ ਆਏ 2-3 ਮੀਟਿੰਗ ਰੱਖੀਆਂ ਨੇ ਬਟ ਉਹ ਕਹਿੰਦੇ ਬਾਈ ਜੀ ਪੋਲੀਟੀਕਲ ਹੈ ਤੁਹਾਡਾ। ਮੈਂ ਕਿਹਾ ਇਹ ਜੇ ਮੈਂ BJP ਤੋਂ ਹੁੰਦਾ ਤਾਂ ਮੇਰੇ ਸਾਰੇ ਕੰਮ ਸੈੱਟ ਹੋਣੇ ਸੀਗੇ, ਪਰ ਕਹਿੰਦੇ ਤੁਸੀਂ ਲਿਖਦੇ ਬਾਹਲਾ ਬੋਲਦੇ ਹੋ। ਮੈਂ ਕਿਹਾ ਹਾਂਜੀ, ਮੈਂ ਕਿਹਾ ਮੈਂ ਕੀ ਕਰਾਂ, ਅੰਦਰੋਂ ਮੈਂ ਨਹੀਂ ਰੋਕ ਸਕਦਾ ਆਪਣੇ ਆਪ ਨੂੰ। ਪਰ ਦੰਗਲ ਵਰਗੀਆਂ ਫਿਲਮਾਂ ਵੀ ਬਣੀਆਂ ਔਰ ਉਹਨਾਂ ਦਾ ਵੀ ਕੋਈ ਇਸ ਤਰ੍ਹਾਂ ਨਹੀਂ, ਉਹਨਾਂ ਨੂੰ ਤਾਂ ਪਹਿਲਵਾਨਾਂ ਦੇ ਹੱਕ 'ਚ ਖੜਨਾ ਚਾਹੀਦਾ ਜਿਨ੍ਹਾਂ ਨੇ ਇੰਨਾ ਮਾਲ ਵੇਚਿਆ, ਪਹਿਲਵਾਨਾਂ ਨੂੰ ਵੇਚਿਆ ਇੱਕ ਤਰੀਕੇ ਦੇ ਨਾਲ, ਉਹਨਾਂ ਨੂੰ ਵੱਡੇ ਪਰਦੇ ਤੇ ਲਿਆ ਕੇ ਉਹਨਾਂ ਨੇ ਪੈਸਾ ਕਮਾਇਆ, ਕਰੋੜਾਂ ਰੁਪਏ ਕਮਾਇਆ ਫਿਲਮ ਨੇ। ਦੇਖ ਲਓ ਆਮਿਰ ਖਾਨ ਹੁਣ ਕਿੱਥੇ ਹੈ, ਕਿੱਥੇ ਹੈ, ਉਹਨੇ ਕੁਝ ਟਵੀਟ ਕੀਤਾ ਹੈ ਕਿਤੇ ਮੀਡੀਆ 'ਚ, ਕਿਤੇ ਕੋਈ ਗੱਲਬਾਤ ਕੀਤੀ, ਕੁਝ ਨਹੀਂ ਵੀਰੇ। ਵਿਜੇਂਦਰ ਜੀ ਤੋ ਜਿਹੜੀ ਆਪਣੀ ਗੱਲ ਹੈ ਨਾ ਹੁਣ ਆਪਣੀ ਬਸ ਸਿੰਘ ਵਾਲੀ ਗੱਲ ਹੈ, ਕੋਈ ਚਿੱਕਾ ਵਾਲੀ ਗੱਲ ਨਹੀਂ, ਆਪਾਂ ਦੇਖ ਲਾਂਗੇ, ਆਪਾਂ ਲੱਗੇ ਹੋਏ ਹਾਂ ਤੇ ਅੱਗੇ ਵੀ ਲੱਗੇ ਰਹਾਂਗੇ। ਪਰ ਇਸ ਚੀਜ਼ ਨੂੰ ਵਿਜੇਂਦਰ ਜੀ ਮੇਰੇ 1-2 ਸਵਾਲ ਹੋਰ ਨੇ, ਮੈਨੂੰ ਪਤਾ ਤੁਹਾਡਾ ਸਮਾਂ ਬਹੁਤ ਕੀਮਤੀ ਹੈ, 1-2 ਛੋਟੇ ਸਵਾਲ ਨੇ। ਜਦੋਂ ਇਹ ਤੋੜਨ ਦੀ ਕੋਸ਼ਿਸ਼, ਜਦੋਂ ਕਿਸਾਨ ਅੰਦੋਲਨ ਹੋਇਆ ਤੁਸੀਂ ਉਦੋਂ ਵੀ ਬਹੁਤ ਬੇਬਾਕੀ ਦੇ ਨਾਲ ਖੁੱਲ੍ਹ ਕੇ ਬੋਲੇ, ਔਰ ਹੁਣ ਵੀ ਜਿਸ ਤਰੀਕੇ ਨਾਲ ਤੁਸੀਂ ਲਗਾਤਾਰ ਨਾਲ ਖੜੇ ਹੋ। ਔਰ ਉੱਥੇ ਮੈਂ ਇਹ ਗੱਲ ਕਰਾਂ ਤਾਂ ਪੰਜਾਬ ਹਰਿਆਣਾ 'ਚ ਪਹਿਲਾਂ ਵੀ ਪਾੜ ਪਾਉਣ ਦੀ ਕੋਸ਼ਿਸ਼ ਹੋਈ, ਜਦੋਂ ਕਿਸਾਨ ਅੰਦੋਲਨ ਟਾਈਮ SYL ਦਾ ਜ਼ਿਕਰ ਛੇੜ ਦਿੱਤਾ ਗਿਆ, ਹਾਂਜੀ। ਔਰ ਹੁਣ ਜਿਹੜਾ ਜ਼ਿਕਰ ਜਦੋਂ ਉਹ ਕੁੜੀਆਂ ਜਿਹੜੀਆਂ ਨੇ ਸਾਡੀਆਂ ਧੀਆਂ ਭੈਣਾਂ ਉਹ ਪਹੁੰਚੀਆਂ ਪੰਜਾਬ ਆਈਆਂ ਤਾਂ ਉਹਨਾਂ ਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਉਹਨਾਂ ਨੂੰ ਥੋੜਾ ਹੋਰ ਮੈਂਟਲੀ ਤੌਰ ਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਇਹ ਤਾਂ ਖਾਲਿਸਤਾਨੀਆਂ ਦੇ ਟੱਚ 'ਚ ਨੇ। ਬਾਈ ਜੀ ਇਹ ਤਾਂ ਗੱਲਾਂ ਨੇ, ਇਹਨਾਂ ਦਾ ਕੰਮ ਇਹੀ ਹੈ ਡਿਵਾਈਡ ਐਂਡ ਰੂਲ, ਜਿਹੜੀ ਗੋਰਿਆਂ ਦੀ ਪਾਲਿਸੀ ਸੀ ਉਸ ਤੇ ਚੱਲੀ ਜਾਂਦੇ ਨੇ। ਔਰ ਰਹੀ ਗੱਲ ਹਰਿਆਣਾ ਪੰਜਾਬ ਦੀ, ਬਾਈ ਉਹ ਤਾਂ ਪਹਿਲਾਂ ਵੀ ਇਕੱਠਾ ਸੀਗਾ, ਹੁਣ ਵੀ ਇਕੱਠਾ, ਅੱਗੇ ਵੀ ਇਕੱਠਾ ਰਹੂਗਾ। ਜਿਹੜੇ ਹੈਗੇ ਨੇ ਬੰਦੇ ਸਾਨੂੰ ਮਾਣ ਹੈ ਉਸ ਤੇ, ਔਰ ਆਈ ਡੋਂਟ ਥਿੰਕ ਸੋ ਕਿ ਦੇ ਡਿਵਾਈਡਰਸ, ਮੈਨੂੰ ਲੱਗਦਾ ਨਹੀਂ ਇਹ ਕਰ ਸਕਦੇ ਆਪਾਂ ਨੂੰ ਅਲੱਗ, ਨਹੀਂ ਆਪਣੀ ਜਿਹੜਾ ਖੂਨ ਹੁੰਦਾ, ਜਿਹੜਾ ਜ਼ਮੀਨ ਹੁੰਦੀ ਇਕੱਠੀ ਹੈ, ਔਰ ਆਪਾਂ ਇਕੱਠੇ ਰਵਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ। ਠੀਕ ਹੈ ਵਿਜੇਂਦਰ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਸੀਂ ਸਮਾਂ ਦਿੱਤਾ ਆਪਣੇ ਕੀਮਤੀ ਟਾਈਮ 'ਚੋਂ, ਬਹੁਤ ਧੰਨਵਾਦ। ਬਹੁਤ ਜੀ, ਧਿਆਨ ਰੱਖੋ ਆਪਣਾ ਪਲੀਜ਼, ਥੈਂਕ ਯੂ। ਤਾਂ ਵਿਜੇਂਦਰ ਸਿੰਘ ਬਾਕਸਰ ਸਾਡੇ ਨਾਲ ਸਨ ਔਰ ਦੇਸ਼ ਦੇ ਲਈ ਮੈਡਲ ਜਿੱਤੇ ਨੇ ਵਿਜੇਂਦਰ ਹੁਣਾਂ ਨੇ, ਔਰ ਬਹੁਤ ਮਿਹਨਤ ਕੀਤੀ ਹੈ ਵਿਜੇਂਦਰ ਹੁਣਾਂ ਨੇ, ਔਰ ਨਾਲ ਹੀ ਵਿਜੇਂਦਰ ਉਹਨਾਂ ਪਹਿਲਵਾਨਾਂ ਦੇ ਹੱਕ ਦੇ ਵਿੱਚ
ਡਟੇ ਹੋਏ ਆ। ਵਿਜੇਂਦਰ ਕਹਿੰਦੇ ਕਿ ਕੋਈ ਆਸ ਉਮੀਦ ਨਹੀਂ ਹੈ, ਲੰਬੀ ਲੜਾਈ ਚੱਲੇਗੀ ਔਰ ਅਸੀਂ ਇਹਨਾਂ ਪਹਿਲਵਾਨਾਂ ਦੇ ਹੱਕ ਦੇ ਵਿੱਚ ਡਟੇ ਰਹਾਂਗੇ। ਨਾਲ ਹੀ ਇਹਨਾਂ ਨੇ ਜੋ ਮੰਗ ਕੀਤੀ ਹੈ ਕਿ ਬ੍ਰਿਜ ਭੂਸ਼ਣ ਤੇ ਐਕਸ਼ਨ ਹੋਵੇ ਔਰ ਇਸ ਦੇ ਨਾਲ ਹੀ ਵੰਗਾਰਿਆ ਬਾਲੀਵੁੱਡ ਦੇ ਉਹਨਾਂ ਐਕਟਰਸ ਨੂੰ ਔਰ ਉਹਨਾਂ ਜੋ ਬਾਲੀਵੁੱਡ ਦੇ ਸੈਲੀਬ੍ਰਿਟੀ ਹੈ ਉਹਨਾਂ ਨੂੰ ਵੰਗਾਰਿਆ ਕਿ ਭਾਈ ਤੁਸੀਂ ਫਿਲਮਾਂ ਤਾਂ ਦੰਗਲ ਵਰਗੀਆਂ ਬਣਾਈਆਂ, ਅਮੀਰ ਖਾਨ ਜੀ ਹੁਣ ਕਿੱਥੇ ਗਾਇਬ ਹੋ ਗਏ। ਔਰ ਹੋਰ ਵੀ ਉਹ ਲੋਕ ਜਿਹੜੇ ਟਵੀਟ ਕਰਦੇ ਹੁੰਦੇ ਆ ਜਦੋਂ ਪਹਿਲਵਾਨ ਮੈਡਲ ਜਿੱਤਦੇ ਆ, ਪਰ ਹੁਣ ਉਹ ਲੋਕ ਗਾਇਬ ਨਜ਼ਰ ਆ ਰਹੇ ਆ। ਦੇਖਣਾ ਹੋਏਗਾ ਇਸ ਮਸਲੇ ਤੇ ਖਿਡਾਰੀਆਂ ਨੂੰ ਕਦੋਂ ਇਨਸਾਫ ਮਿਲਦਾ।